ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਮੈਨੂੰ ਵਿਸ਼ਾ ਦਿੱਤਾ ਗਿਆ ਹੈ ਉਸ ਨੂੰ ਛੂਹਣ ਤੋਂ ਪਹਿਲਾਂ ਆਓ ਫਤਿਹ ਨਾਲ ਸਾਂਝ ਪਾਈਏ। ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਬਖਸ਼ਿਸ਼ ਹੋਈ ਹੈ। ਕੱਲ ਦੋ ਵਿਸ਼ਿਆਂ ਤੇ ਬਹੁਤ ਵਿਸਥਾਰ ਸਹਿਤ ਚਰਚਾ ਹੋਈ ਸੀ। ਪਹਿਲਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਲੱਖਣਤਾ ਤੇ ਸੀ, ਔਰ ਉਸ ਤੋਂ ਬਾਅਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਤੇ ਸਾਖੀਆਂ ਤੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਉਹਨਾਂ ਦੇ ਜੀਵਨ ਨੂੰ ਵਿਚਾਰਿਆ ਗਿਆ, ਔਰ ਬਹੁਤ ਹੀ ਵਿਸਥਾਰ ਨਾਲ ਸਾਖੀਆਂ ਦੀ ਚਰਚਾ ਕੀਤੀ ਗਈ ਤਾਂ ਜੋ ਸਾਨੂੰ ਸਮਝ ਆ ਸਕੇ ਕਿ ਉਹ ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ, ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਨੂੰ ਸੰਪੂਰਨ ਕੀਤਾ ਸੀ, ਉਹ ਮਹਾਂਪੁਰਸ਼ ਕਿੱਡੀ ਵੱਡੀ ਸ਼ਖਸੀਅਤ ਦੇ ਮਾਲਕ ਸਨ, ਉਹਨਾਂ ਨੂੰ ਕਿਉਂ ਯਾਦ ਕੀਤਾ ਜਾ ਰਿਹਾ ਹੈ। ਔਰ ਜਿਹੜਾ ਮੈਨੂੰ ਵਿਸ਼ਾ ਮਿਲਿਆ ਹੈ, ਮੇਰਾ ਵਿਸ਼ਾ ਹੈ ਕੀਰਤਨ ਦੇ ਇਰਦ ਗਿਰਦ, ਕਿ ਕੀਰਤਨ ਦਾ ਮਹੱਤਵ ਕੀ ਹੈ, ਇੱਕ ਸਿੱਖ ਦੇ ਜੀਵਨ ਵਿੱਚ ਕੀਰਤਨ ਕੀ ਮਾਇਨੇ ਰੱਖਦਾ ਹੈ। ਇਸ ਵਿਸ਼ੇ ਨੂੰ ਮੈਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਭਗਤ ਰਤਨਾਵਲੀ, ਜਿਹੜੀ ਕਿ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੀ ਰਚਨਾ ਹੈ, ਉਸ ਦੇ ਆਧਾਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਦੇ ਆਧਾਰ ਤੇ ਪ੍ਰਾਤਨ ਜਨਮ ਸਾਖੀ ਦੇ ਇੱਕ ਦੋ ਰੈਫਰੈਂਸ ਦੇ ਨਾਲ ਇਸ ਗੱਲ ਨੂੰ ਸਿਰੇ ਤੱਕ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਪਾਤਸ਼ਾਹ ਜੀ ਨੇ ਮਨੁੱਖ ਨੂੰ ਇਹ ਜੀਵਨ ਕਿਉਂ ਦਿੱਤਾ ਹੈ, ਇਸ ਨੂੰ ਵਾਰ-ਵਾਰ ਚਿਤਾਰਿਆ ਹੈ, ਵਾਰ-ਵਾਰ ਯਾਦ ਕਰਾਇਆ ਹੈ। ਕਾਰਨ ਕੀ ਹੈ ਕਿ ਬੰਦਾ ਉਸ ਤੱਕ ਪਹੁੰਚ ਕਰ ਸਕੇ। ਜਪਜੀ ਸਾਹਿਬ ਦੀ ਬਾਣੀ ਦਾ ਰੋਜ਼ ਅਭਿਆਸ ਕੀਤਾ ਜਾਂਦਾ ਹੈ, ਔਰ ਪਾਤਸ਼ਾਹ ਦਾ ਜੋ ਵਚਨ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਕਿ ਇਸ ਦੁਨੀਆ ਵਿੱਚ ਜੋ ਵੀ ਮਨੁੱਖ ਹੈ, ਭਾਵੇਂ ਉਹ ਕਿਸੇ ਵੀ ਧਰਮ, ਜਾਤ, ਬਰਾਦਰੀ, ਕਿਸੇ ਵੀ ਵਰਗ ਦੇ ਨਾਲ, ਭਾਵੇਂ ਉਹ ਕਿਸੇ ਵੀ ਹਾਲਤ ਦੇ ਵਿੱਚ ਹੈ, ਗਰੀਬ ਹੈ, ਅਮੀਰ ਹੈ, ਪੜ੍ਹਿਆ ਲਿਖਿਆ ਹੈ, ਅਨਪੜ੍ਹ ਹੈ, ਰੋਟੀ ਘੱਟ ਖਾਂਦਾ ਹੈ, ਵੱਧ ਖਾਂਦਾ ਹੈ, ਕਿਸੇ ਤਰ੍ਹਾਂ ਦਾ ਵੀ ਹੋਵੇ, ਉਸ ਦੇ ਜੀਵਨ ਦਾ ਇੱਕੋ ਇੱਕ ਮਕਸਦ ਹੈ ਸੱਚਿਆਰ ਦੀ ਪਦਵੀ ਨੂੰ ਪ੍ਰਾਪਤ ਕਰਨਾ। ਭਾਵ ਕਿ ਸੱਚ ਦੀ ਪ੍ਰਾਪਤੀ ਕਰਕੇ ਆਪਣੇ ਅੰਦਰ ਬੈਠੀ ਹੋਈ ਉਸ ਪਰਮ ਰੂਹ ਦੀ ਪਹਿਚਾਣ ਕਰਨਾ, ਜੋ ਕਿ ਹਰ ਕਿਸੇ ਦੇ ਹਿਰਦੇ ਵਿੱਚ ਬਿਰਾਜਮਾਨ ਹੈ। ਮਹਾਰਾਜ ਦਾ ਵਚਨ ਹੈ ਕਿ ਇਸ ਹਿਰਦੇ ਦੇ ਵਿੱਚ ਪਰਮਾਤਮਾ ਖੁਦ ਬਿਰਾਜਮਾਨ ਹੈ। ਪਰਮਾਤਮਾ ਮਨ ਤੂੰ ਜੋਤ ਸਰੂਪ ਹੈ, ਕਿ ਮਨ ਦਾ ਜਿਹੜਾ ਹਕੀਕਤ ਵਿੱਚ ਸਰੂਪ ਹੈ ਉਹ ਜੋਤ ਹੈ। ਜੋਤ ਉਸ ਦਾ ਅੰਸ਼ ਪਰਮ ਜੋਤ ਦਾ, ਪਰਮ ਆਤਮਾ ਦਾ ਜੋ ਅੰਸ਼ ਹੈ ਉਹ ਜੋਤ ਹੈ। ਇਸ ਜੋਤ ਤੱਕ ਰਸਾਈ ਕਰਨੀ, ਇਸ ਜੋਤ ਤੱਕ ਪਹੁੰਚਣ ਦੇ ਲਈ ਹਰ ਕਿਸੇ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਇਸ ਧਰਤੀ ਤੇ ਆਉਣ ਵਾਲਾ ਮਨੁੱਖ ਉਸ ਸ਼ਖਸੀਅਤ ਦੇ ਨਾਲ ਜੁੜੇ ਜਿਹਦੇ ਕੋਲ ਇਹਦੀ ਸੋਝੀ ਹੈ, ਜਿਹਦੇ ਕੋਲ ਇਹਦਾ ਗਿਆਨ ਹੈ,
ਤੇ ਉਹ ਪਰਮ ਸ਼ਖਸੀਅਤ ਕੌਣ ਹੈ ਇਸ ਧਰਤੀ ਤੇ? ਉਹ ਹੈ ਗੁਰੂ। ਗੁਰੂ ਹੀ ਇੱਕ ਅਜਿਹਾ ਜੁਗਤੀ ਹੈ, ਗੁਰੂ ਹੀ ਇੱਕ ਅਜਿਹਾ ਸਾਧਨ ਹੈ ਜੋ ਜੀਵ ਨੂੰ ਆਪਣੇ ਵਰਗਾ ਬਣਾਉਂਦਾ ਹੈ, ਪਰ ਪਰਮ ਜੋਤ ਨਾਲ ਮਿਲਾਉਂਦਾ ਹੈ। ਜਦੋਂ ਅਸੀਂ ਇਹ ਵਚਨ ਪੜ੍ਹਦੇ ਹਾਂ, ਪੋਥੀ ਪਰਮੇਸ਼ਰ ਕਾ ਥਾਨ, ਭਾਵ ਕਿ ਉਹ ਜੋ ਗੁਰੂ ਗ੍ਰੰਥ ਸਾਹਿਬ ਗੁਰੂ ਜੋਤ ਹੈ, ਉਹ ਪਰਮੇਸ਼ਰ ਦਾ ਰੂਪ ਹੈ। ਤੇ ਸਿੱਖ ਨੂੰ ਗੁਰੂ ਨੇ ਆਪਣੇ ਵਰਗਾ ਬਣਾਉਣਾ ਹੈ। ਆਪਣੇ ਵਰਗਾ ਬਣਾਉਣ ਦਾ ਮਤਲਬ ਪਰਮ ਜੋਤ ਦੇ ਵਿੱਚ ਲੀਨ ਕਰ ਦੇਣਾ, ਉਸਨੂੰ ਪਰਮ ਜੋਤ ਹੀ ਬਣਾ ਦੇਣਾ ਹੈ। ਇਸ ਲਈ ਇਸ ਦੁਨੀਆ ਵਿੱਚ ਜਿੰਨੇ ਵੀ ਲੋਕ ਹਨ, ਭਾਵੇਂ ਕੋਈ ਵੀ ਹੋਵੇ, ਉਸ ਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਹੀ ਪਏਗਾ। ਮੈਂ ਇੱਕ ਪੰਕਤੀ ਬੋਲੀ ਪਹਿਲਾਂ, ਉਹਦੇ ਵਿੱਚ ਮੈਂ ਸੁਧਾਈ ਕਰਨਾ ਚਾਹੁੰਦਾ ਹਾਂ। ਮੈਂ ਕਿਹਾ ਗੁਰੂ ਸਾਧਨ ਹੈ। ਅਸਲ ਵਿੱਚ ਗੁਰੂ ਜਰੀਆ ਨਹੀਂ, ਗੁਰੂ ਦੀ ਤਾਂ ਪ੍ਰਾਪਤੀ ਕਰਨੀ ਹੈ। ਜਿਸ ਦੀ ਪ੍ਰਾਪਤੀ ਕਰਨੀ ਹੁੰਦੀ ਹੈ ਉਹ ਜਰੀਆ ਨਹੀਂ ਹੁੰਦਾ। ਗੁਰੂ ਸਾਨੂੰ ਸਾਧਨ ਉਪਲਬਧ ਕਰਾਉਂਦਾ ਹੈ, ਜਿਨ੍ਹਾਂ ਦੇ ਦੁਆਰਾ, ਜਿਨ੍ਹਾਂ ਦੀ ਪਾਲਣਾ ਕਰਦਿਆਂ ਹੋਇਆਂ, ਜਿਨ੍ਹਾਂ ਨੂੰ ਮੰਨਦਿਆਂ ਹੋਇਆਂ ਬੰਦੇ ਨੇ ਉਸ ਦੇ ਵਿੱਚ ਲੀਨ ਹੋਣਾ ਹੈ। ਉਹ ਕੀ ਸਾਧਨ ਹੈ? ਗੁਰੂ ਸਾਹਿਬ ਜੀ ਨੇ ਅਲੱਗ-ਅਲੱਗ ਤਰੀਕੇ ਦੱਸੇ, ਜਿਸ ਤਰ੍ਹਾਂ ਕਿ ਨਾਮ ਦਾ ਅਭਿਆਸ ਕਰਨਾ, ਸੇਵਾ ਕਰਨੀ, ਕੀਰਤਨ ਕਰਨਾ, ਸਾਧ ਸੰਗਤ ਕਰਨੀ। ਗੁਰੂ ਦੀਆਂ ਬਖਸ਼ਿਸ਼ਾਂ ਇਹਨਾਂ ਵਿੱਚ ਪਈਆਂ ਹੋਈਆਂ। ਗੁਰੂ ਇਹ ਜ਼ਰੀਏ ਦਿੰਦਾ ਹੈ। ਇਹਨਾਂ ਦੇ ਵਿੱਚੋਂ ਜੇਕਰ ਬੰਦਾ ਗੁਰੂ ਨੂੰ, ਪਹਿਲੇ ਤਾਂ ਇਹ ਜ਼ਰੂਰੀ ਹੈ ਹਰ ਇਨਸਾਨ ਦੇ ਲਈ ਕਿ ਗੁਰੂ ਨੂੰ ਗੁਰੂ ਮੰਨਣਾ। ਕਿਉਂ? ਕਿਉਂਕਿ ਜਿੰਨੇ ਤੱਕ ਜੀਵ ਗੁਰੂ ਨੂੰ ਗੁਰੂ ਨਹੀਂ ਮੰਨਦਾ, ਉਨੀ ਦੇਰ ਤੱਕ ਉਹਦੇ ਅੰਦਰ, ਉਹਦੇ ਮਨ ਦੇ ਵਿੱਚ ਤਬਦੀਲੀ ਨਹੀਂ ਆ ਸਕਦੀ। ਉਹ ਆਪਣੇ ਮਨ ਦੀਆਂ ਪਰਤਾਂ ਨੂੰ ਖੋਲਦਿਆਂ ਹੋਇਆਂ ਉਸ ਪਰਮ ਜੋਤ ਤੱਕ ਪਹੁੰਚ ਨਹੀਂ ਕਰ ਸਕਦਾ, ਜਿੰਨੇ ਤੱਕ ਉਹ ਗੁਰੂ ਸ਼ਖਸੀਅਤ ਨੂੰ ਗੁਰੂ ਨਹੀਂ ਮੰਨਦਾ। ਪ੍ਰੋਬਲਮ ਇੱਥੇ ਹੁੰਦੀ ਹੈ। ਗੁਰੂ ਸ਼ਖਸੀਅਤ ਨੂੰ ਗੁਰੂ ਮੰਨਣਾ ਤੇ ਉਹਦੇ ਹੁਕਮ ਦੇ ਅਨੁਸਾਰ ਚੱਲਣਾ, ਇਹ ਸਭ ਤੋਂ ਪਹਿਲਾ ਕਦਮ ਹੈ। ਫਿਰ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਗੁਰੂ ਬਖਸ਼ਿਸ਼ ਕਰਦਾ ਹੈ, ਜੀਵ ਨੂੰ ਉਹ ਸਾਧਨ ਉਪਲਬਧ ਕਰਾਉਂਦਾ ਹੈ ਜਿਹਦੇ ਦੁਆਰਾ ਉਸਨੇ ਉਸ ਪਰਮ ਆਤਮਾ ਤੱਕ ਪਹੁੰਚ ਕਰਨੀ ਹੈ। ਸਾਧਨ ਕੀ ਬਖਸ਼ਦਾ ਹੈ? ਜਦੋਂ ਕੋਈ ਹਕੀਕਤ ਰੂਪ ਦੇ ਵਿੱਚ ਗੁਰੂ ਨੂੰ ਗੁਰੂ ਮੰਨਦਾ ਹੈ ਤਾਂ ਉਹਦੇ ਲਈ ਸਾਧਨ ਉਪਲਬਧ ਹੁੰਦਾ ਹੈ ਸਤ ਸੰਗਤ ਦਾ। ਇੱਕ ਸੰਗਤ ਹੈ, ਇੱਕ ਸਤ ਸੰਗਤ ਹੈ। ਸੰਗਤ ਦੇ ਅੱਗੇ ਸਤ ਲੱਗਣ ਦਾ ਮਤਲਬ ਹੀ ਇਹ ਹੈ ਕਿ ਉਸ ਪਰਮ ਸੱਤਾ ਵੱਲ ਇਸ਼ਾਰਾ। ਉਹ ਪਰਮ ਸੱਤਾ ਕੌਣ ਹੈ? ਉਹ ਪਰਮ ਹਕੀਕਤ ਕੌਣ ਹੈ? ਜਿਹੜੀ ਜੋਤ ਸਾਡੇ ਮਨ ਦੇ ਅੰਦਰ ਬਿਰਾਜੀ ਹੋਈ ਹੈ, ਜਿਹਦੇ ਤੱਕ ਜੀਵ ਨੇ ਅੰਦਰਲੇ ਪਾਸੇ ਪਹੁੰਚਣਾ ਹੈ। ਗੁਰੂ ਸਾਧਨ ਉਪਲਬਧ ਕਰਾਉਂਦਾ ਹੈ ਸਤ ਸੰਗਤ ਦਾ। ਜਦੋਂ ਜੀਵ ਸਤ ਸੰਗਤ ਦੇ ਨਾਲ ਜੁੜਦਾ ਹੈ ਤਾਂ ਉਹਦੇ ਵਿੱਚ ਤਬਦੀਲੀਆਂ ਹੁੰਦੀਆਂ ਹਨ। ਉਹ ਤਬਦੀਲੀਆਂ ਤੁਸੀਂ ਆਪ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ, ਇਹ ਮਾਇਨੇ ਰੱਖਣ ਵਾਲੀ ਗੱਲ ਨਹੀਂ। ਪਰ ਉਹ ਜਿਹੜੀ ਤਬਦੀਲੀ ਆਉਂਦੀ ਹੈ, ਤੁਹਾਡੇ ਆਸੇ-ਪਾਸੇ ਦਾ ਵਾਤਾਵਰਨ, ਤੁਹਾਡੇ ਆਸੇ-ਪਾਸੇ ਦਾ ਚੌਗਿਰਦਾ, ਤੁਹਾਡੇ ਆਸੇ-ਪਾਸੇ ਦੇ ਲੋਕ ਉਸ ਨੂੰ ਮਹਿਸੂਸ ਕਰਦੇ ਹਨ ਤੇ ਤੁਹਾਨੂੰ ਦੱਸਣ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਵੀ ਕਰਦੇ ਹਨ ਕਿ ਤੁਹਾਡੇ ਵਿੱਚ ਚੇਂਜਸ ਆ ਰਹੀਆਂ ਹਨ, ਤੁਹਾਡੇ ਅੰਦਰ ਤਬਦੀਲੀ ਆ ਰਹੀ ਹੈ। ਉਹ ਤਬਦੀਲੀ ਕਿੱਥੇ ਆਉਣੀ ਸ਼ੁਰੂ ਹੋਈ? ਗੁਰੂ ਨੂੰ ਗੁਰੂ ਮੰਨਣਾ ਤੇ ਗੁਰੂ ਦੇ ਦੁਆਰਾ ਉਪਲਬਧ ਕਰਾਇਆ ਹੋਇਆ ਸਤ ਸੰਗਤ ਦਾ ਜੋ ਸਰੋਤ ਹੈ, ਉੱਥੇ ਆਣ ਕੇ ਉਹ ਆਪਣੇ ਮਨ ਨੂੰ ਵਿਚਾਰਦਾ ਹੈ, ਮਨ ਨੂੰ ਪੜ੍ਹਦਾ ਹੈ, ਸਟੱਡੀ ਕਰਦਾ ਹੈ, ਉਸ ਦੀਆਂ ਹਰਕਤਾਂ ਤੋਂ ਜਾਣੂ ਹੁੰਦਾ ਹੈ। ਸਭ ਤੋਂ ਵੱਡੀ ਗੱਲ ਜਿਹੜੀ ਪਰੇਸ਼ਾਨੀ ਦੀ ਹੈ ਕਿ ਬੰਦਾ ਉਸ ਮਨ ਦੀਆਂ ਹਰਕਤਾਂ ਤੋਂ ਅਣਜਾਣ ਹੈ। ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਤੇ ਮਨ ਦੀਆਂ ਹਰਕਤਾਂ ਦਾ ਜਾਣਕਾਰ ਹੁੰਦਾ ਹੈ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਕਿ ਮਨ ਅੰਦਰ ਇੱਕ ਭਟਕਣਾ ਲੱਗੀ ਹੋਈ ਹੈ, ਲਗਾਤਾਰ ਭਟਕਣਾ। ਉਹ ਸਥਿਰ ਨਹੀਂ ਹੋਣਾ ਚਾਹੁੰਦਾ, ਟਿਕਣਾ ਨਹੀਂ ਚਾਹੁੰਦਾ। ਮਨ ਕਈ ਹਿੱਸਿਆਂ ਦੇ ਵਿੱਚ, ਕਈ ਖੰਡਾਂ ਦੇ ਵਿੱਚ ਵਿਛਿਆ ਹੋਇਆ ਹੈ, ਮਤਲਬ ਟੁੱਟਿਆ ਹੋਇਆ ਹੈ। ਜਦੋਂ ਗੁਰੂ ਸ਼ਖਸੀਅਤ ਨੂੰ ਗੁਰੂ ਮੰਨ ਕੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਉਹ ਖਿੰਡੇ ਹੋਏ ਟੋਟੇ, ਉਹ ਨਿੱਕੇ ਨਿੱਕੇ ਹਿੱਸੇ ਦੁਬਾਰਾ ਜੁੜਨੇ ਸ਼ੁਰੂ ਹੋ ਜਾਂਦੇ ਹਨ ਤੇ ਬੰਦੇ ਦਾ ਧਿਆਨ ਫਿਰ ਆਪਣੇ ਅੰਦਰ ਜਾਣ ਲੱਗ ਜਾਂਦਾ ਹੈ। ਇੱਕ ਸਾਧਨਾ ਹੈ, ਇੱਕ ਦੁਨੀਆ ਹੈ ਜਿਹਦੇ ਵਿੱਚ ਤੁਹਾਡੇ ਖਿੰਡਾ ਹੁੰਦਾ ਹੈ, ਮਨ ਖੰਡ ਖੰਡ ਹੁੰਦਾ ਹੈ
ਤਾਂ ਬਾਹਰ ਦੀਆਂ ਚੀਜ਼ਾਂ ਦੇ ਨਾਲ ਛੂਹ ਪ੍ਰਾਪਤ ਹੁੰਦੀ ਹੈ, ਬਾਹਰ ਦੀਆਂ ਚੀਜ਼ਾਂ ਦੇ ਨਾਲ ਸਾਡੇ ਸੰਬੰਧ ਕਾਇਮ ਹੁੰਦੇ ਹਨ, ਉਹਨਾਂ ਪ੍ਰਤੀ ਹੋਰ ਲੋਚਾ ਪ੍ਰਾਪਤ ਕਰਨ ਦੀ ਲੋਚਾ ਪੈਦਾ ਹੁੰਦੀ ਹੈ। ਤੇ ਜਦੋਂ ਗੁਰੂ ਸ਼ਖਸੀਅਤ ਨੂੰ ਗੁਰੂ ਮੰਨ ਕੇ ਚੱਲਦੇ ਹਾਂ, ਉਹ ਜਦੋਂ ਖੰਡ ਖੰਡ ਹੋਏ ਹਿੱਸੇ ਆਪਸ ਵਿੱਚ ਜੁੜਦੇ ਹਨ ਤਾਂ ਸਾਡੀ ਜਿਹੜੀ ਯਾਤਰਾ ਹੈ ਉਹ ਮਨ ਦੇ ਵਾਲੇ ਪਾਸੇ ਸ਼ੁਰੂ ਹੋ ਜਾਂਦੀ ਹੈ, ਜਿੱਧਰ ਪਰਮ ਜੋਤ ਬਿਰਾਜਮਾਨ ਹੈ, ਪਰਮ ਜੋਤ ਪਈ ਹੋਈ ਹੈ। ਸਤ ਸੰਗਤ ਮਿਲਿਆ, ਸਤ ਸੰਗਤ ਤੋਂ ਬਾਅਦ ਜਦੋਂ ਅਸੀਂ ਬੈਠਦੇ ਹਾਂ ਤਾਂ ਇੱਥੇ ਹੋਰ ਸਾਧਨ ਨਾਮ ਜਪਣ, ਪਾਠ ਕਰਨ, ਗੁਰੂ ਸਾਹਿਬ ਜੀ ਦਾ ਕੀਰਤਨ ਸੁਣਨ ਤੇ ਕਥਾ ਵਿਚਾਰ ਸੁਣਨ ਨੂੰ ਮਿਲਦੇ ਹਨ। ਇਹ ਵੀ ਸਾਧਨ ਹਨ। ਕਿਉਂਕਿ ਇਹਨਾਂ ਵਿੱਚ ਸਭ ਦੇ ਵਿੱਚ ਗੁਰੂ ਦਾ ਸ਼ਬਦ ਪਰੋਇਆ ਹੁੰਦਾ ਹੈ। ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਭਾਵੇਂ ਉਹ ਪਾਠ ਹੈ, ਭਾਵੇਂ ਕੀਰਤਨ ਹੈ, ਭਾਵੇਂ ਕਥਾ ਵਿਚਾਰ ਹੈ, ਉਹ ਹਰ ਤਰੀਕੇ ਨਾਲ ਸਾਡੇ ਕੰਨਾਂ ਦੇ ਦੁਆਰਾ ਸਾਡੇ ਹਿਰਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ। ਗੱਲ ਟਿਕਦੀ ਹੈ ਸਿਰਫ ਭਾਂਡੇ ਤੇ। ਭਾਂਡੇ ਦੇ ਅੰਦਰ ਕਿੰਨੀ ਕੁ ਚੀਜ਼ ਸਮਾ ਸਕਦੀ ਹੈ, ਉਸ ਦੇ ਅਨੁਸਾਰ ਅੰਦਰ ਸ਼ਬਦ ਉਤਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਆਪਣੇ ਵਿਸ਼ੇ ਵੱਲ ਆਵਾਂ, ਜੋ ਮੇਰਾ ਵਿਸ਼ਾ ਹੈ ਕੀਰਤਨ। ਕਿ ਇਹਨਾਂ ਸਾਧਨਾਂ ਦੇ ਵਿੱਚੋਂ ਇੱਕ ਸਾਧਨ ਹੈ ਕੀਰਤਨ, ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਦੁਆਰਾ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੇ ਦੁਆਰਾ, ਸ਼ਬਦ ਤੇ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਦੁਆਰਾ ਇਸ ਧਰਤੀ ਤੇ ਆਉਣ ਨਾਲ ਹੀ ਆਰੰਭ ਹੋ ਜਾਂਦਾ ਹੈ। ਪਾਤਸ਼ਾਹ ਜੀ ਦਾ ਜਪਜੀ ਸਾਹਿਬ ਦੀ ਬਾਣੀ ਵਿੱਚ ਜੋ ਬਚਨ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਗਾਉਣਾ, ਸੁਣਨਾ ਤੇ ਤੀਸਰੀ ਜੋ ਗੱਲ ਕਹੀ ਹੈ ਮਨ ਦੇ ਅੰਦਰ ਪਿਆਰ ਦੇ ਨਾਲ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ। ਰਜੋ ਤਮੋ ਸਤੋ, ਤਿੰਨ ਗੁਣ ਨੇ ਜਿਨ੍ਹਾਂ ਦੀ ਸਾਖ ਦਰਸ਼ਨ ਦੇ ਵਿੱਚ ਬਹੁਤ ਵਿਸਥਾਰ ਨਾਲ ਚਰਚਾ ਹੋਈ ਹੈ। ਮਨੁੱਖ ਦੇ ਦੁੱਖਾਂ ਦਾ ਕਾਰਨ ਮੰਨਿਆ ਗਿਆ, ਹਰੇਕ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਖ ਨੂੰ ਪੈਦਾ ਕਰ ਰਿਹਾ। ਫਿਰ ਤਿੰਨ ਤਰ੍ਹਾਂ ਦੇ ਦੁੱਖਾਂ ਦੀ ਗੱਲ ਕੀਤੀ ਕਿ ਬੰਦੇ ਦੇ ਅੰਦਰ ਜਿਹੜੇ ਦੁੱਖ ਪਏ ਹੋਏ ਹਨ, ਭਾਵੇਂ ਉਹ ਸਰੀਰਕ ਦੁੱਖ ਹਨ, ਭਾਵੇਂ ਮਾਨਸਿਕ ਦੁੱਖ ਹਨ, ਭਾਵੇਂ ਉਹ ਆਤਮਿਕ ਤੌਰ 'ਤੇ ਦੁਖੀ ਹੈ, ਪੀੜਤ ਹੈ, ਉਹਨਾਂ ਦੁੱਖਾਂ ਦਾ ਹੱਲ ਹੁੰਦਾ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਗਾਉਂਦੇ ਹਾਂ। ਗਾਉਣੇ ਤੱਕ ਸੀਮਤ ਨਹੀਂ ਰਹਿਣਾ, ਫਿਰ ਉਸ ਨੂੰ ਸੁਣਦੇ ਹਾਂ। ਸੁਣਨ ਤੱਕ ਸੀਮਤ ਨਹੀਂ ਰਹਿਣਾ, ਫਿਰ ਉਹਦੇ ਨਾਲ ਸਾਡੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਪ੍ਰਤੀ, ਗੁਰੂ ਦੀ ਸਤ ਸੰਗਤ ਪ੍ਰਤੀ ਜਿਹੜੀ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ, ਉਹ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਜਿਹੜੀ ਚੀਜ਼ ਸੁਣੀ ਜਾਂਦੀ ਹੈ, ਗਾਈ ਜਾਂਦੀ, ਉਹ ਸਿੱਧਾ ਹਿਰਦੇ ਦੇ ਉਹਨਾਂ ਥਾਵਾਂ 'ਤੇ ਟਕਰਾਉਂਦੀ ਹੈ ਜਿੱਥੇ ਵਿਕਾਰ ਪਏ ਹੋਏ ਹਨ। ਫਿਰ ਦੁੱਖਾਂ ਦਾ ਨਾਸ਼ ਤੇ ਸੁੱਖਾਂ ਦਾ ਪ੍ਰਵੇਸ਼ ਹੁੰਦਾ ਹੈ। ਮਹਾਰਾਜ ਜੀ ਦੀ ਬਾਣੀ ਦਾ ਇਹ ਪ੍ਰਮਾਣ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇਹਦੇ ਵਿੱਚ 3-4 ਵਿਸ਼ੇ ਹੁੰਦੇ ਹਨ। ਪਹਿਲਾ ਵਿਸ਼ਾ ਹੁੰਦਾ ਹੈ ਕਲ ਯੁਗ। ਕਲ ਯੁਗ ਨੂੰ ਅਸੀਂ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ, ਅੱਜ ਦੇ ਸਮੇਂ ਵਿੱਚ ਬੰਦੇ ਨੂੰ 2 ਆਪਸ਼ਨਾਂ ਮਿਲ ਰਹੀਆਂ ਹਨ, ਇੱਕ ਸੱਤ ਵਾਲੀ, ਇੱਕ ਸਾਧ ਵਾਲੇ ਪਾਸੇ ਜਾਣ ਦੀ, ਔਰ ਦੂਸਰੀ ਆਪਸ਼ਨ ਹੈ ਨੈਗੇਟਿਵ ਪਾਸੇ ਜਾਣ ਦੀ। ਚੋਣ ਕਿਹਨੇ ਕਰਨੀ ਹੈ? ਬੰਦੇ ਨੇ ਕਰਨੀ ਹੈ। ਕਲ ਯੁਗ ਨੂੰ ਮੈਂ ਸੌਖੇ ਤਰੀਕੇ ਨਾਲ ਦੱਸ ਰਿਹਾ। ਬਹੁਤਾਤ ਦੇ ਵਿੱਚ ਇਨਸਾਨ ਦੀ ਚੋਣ ਨੈਗੇਟਿਵ ਦੀ ਹੁੰਦੀ ਹੈ। ਇਹਨੂੰ ਬਿਲਕੁਲ ਸੌਖੀ ਉਦਾਹਰਨ ਨਾਲ ਆਪਣੀ ਗੱਲ ਨੂੰ ਸਮਝਾਉਣ ਲਈ ਬਿਲਕੁਲ ਸੌਖੀ ਉਦਾਹਰਨ ਦਿਆਂਗਾ। ਮੰਨ ਲਓ ਕਿਸੇ ਦੀ ਸ਼ਾਦੀ ਹੈ, ਵਿਆਹ ਹੈ, ਆਨੰਦ ਕਾਰਜ ਹੈ। ਆਨੰਦ ਕਾਰਜ ਦੇ ਵਿੱਚ ਸਾਨੂੰ ਪੈਲਸ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਬਹੁਤਾਤ 11 ਵਜੇ, ਮੰਨ ਲਓ ਕਿ 11 ਵਜੇ ਸੰਕੇਤ ਹੋ ਗਿਆ ਕਿ ਲੜਕੀ ਤੇ ਲੜਕੇ ਦਾ ਆਨੰਦ ਕਾਰਜ ਹੋਣਾ ਹੈ। ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਹੋਏਗਾ, ਲਾਵਾਂ ਪੜੀਆਂ ਜਾਣਗੀਆਂ, ਗੁਰੂ ਦਾ ਹੁਕਮ ਸਾਂਝਾ ਕੀਤਾ ਜਾਏਗਾ, ਗੁਰੂ ਦੀ ਦੇਹ ਵਰਤੇਗੀ। ਸਭ ਨੂੰ ਪਤਾ ਹੈ। ਹਰ ਕਿਸੇ ਕੋਲ, ਜਿੰਨੇ ਵੀ ਉੱਥੇ ਜੀਵ ਹਨ, 2 ਆਪਸ਼ਨਾਂ ਹਨ ਕਿ ਤੁਸੀਂ ਉਸ ਜਗ੍ਹਾ 'ਤੇ ਰਹਿਣਾ ਹੈ ਜਿੱਥੇ ਜੀਭ ਦੇ ਰਸ ਹੈ, ਕੰਨਾਂ ਦਾ ਰਸ ਹੈ, ਅੱਖਾਂ ਦਾ ਰਸ ਹੈ।
दूसरी ऑप्शन की है कि दूसरे पासे गुरु है, जिसनों असी गुरु भावें अखौती रूप च मन्निया है, भावें हकीकत रूप च मन्निया है, वो अलग अलग बंदे की अवस्था है। कि दूसरे पासे गुरु है, वो समा गुरु की शरण में भी जानता है, अवसर बनया है आनंद कारज का। बहुतात ये होंदी है कि बहुतात दे विच चोन की जाती है उस जगह ते रहन दी जिथे अखां दा कान दा इन्हां दे रस पूर्ति होंदी है। घट गिनती दे विच चोन होंदी है गुरु की शरण विच बह के गुरु की शब्द नूं समझण दी, विचारन दी, कि कल युग नूं समझण दी। दो ऑप्शन हैं कि तुसीं सत की चोन करनी है कि असत की चोन करनी है। बहुतात दे विच असत की चोन करन दे समय नूं कल युग किया है कि साडे कोल ऑप्शन है, साडे कोल चोन है, पर असीं चुनदे हां जिहड़ा साडी सत्या नूं खत्म करता है, साडी सत्या जिहड़ी सानूं सत दे मार्ग ते लै जाण दे लई हिम्मत बख्शदी है। जदों साडी चोन गलत है तां ओह कल युग है। ते पातशाह कहंदे इस समय दे विच कोई प्रधान है, किसी की कीमत है, वो की है? कल युग में कीर्तन प्रधाना। कीर्तन के शब्दी अर्थ हैं सिफत सलाह करनी, उसका जस गायन करना, उसके गुणों को गाना। तो जदों असी गुरमत कीर्तन की गल करते हाँ तो ये अर्थों किसी अलग तरीके नाल लिया जाता है। वो अर्थ ले जाते हैं राग दे विच रह के गुरु के शब्दों का गायन करना। जदों कोई रागबद्ध होके राग दे विच गुरु के शब्द का कीर्तन करता है तो गुरमत संगीत होता है। कीर्तन सिफत सलाह राग दे विच गुरु की बाणी नूं गाना। कल युग में कीर्तन प्रधाना, गुरमुख जपिया लाए ध्याना। कि कीर्तन तो प्रधान है पर शर्त की है? शर्त है गुरु की शरण विच रह के गुरु वाल मुख करके गुरु के हुक्म अनुसार जिस विधि ते जिस ढंग नाल दस्या गया है उस तरह उसनूं नेतरे चाढ़ना। गुरमुख जपिया लाए ध्यान, जपिया ते लाए ते ध्यान, ध्यान ते गल करते हैं कि एक तो हो गया गुरु की शरण विच रहना, कि जिन्नी देर तक गुरु की शरण विच बैठ के गुरु की संगत का आनंद माणदे होया उसकी सिफत सलाह करते हाँ तो वह सार्थिक पासे लै जाती है। कई बार इस गल नूं तुसीं उस तरीके ना ले लेना कि गुरु की संगत का मतलब गुरु नूं आपां जो गुरु ग्रंथ साहिब जी का स्वरूप है उसनूं हर समय अपने कोल रखना। ये भी हो सकता है कि तुसीं घर विच बैठे हो, रब की सिफत सलाह कर रहे हो, पर तुहाडे चिंतन दे विच कौन है, तुहाडी सोच दे विच कौन बैठा हुआ है। रब की सिफत सलाह करते हो तो कुदरती गल है कि तुहाडे चिंतन दे विच साडे चिंतन विच गुरु साहिब ही बैठे हैं, कोई होर नहीं बैठा। जदों असीं गुरु की गल सोचांगे, विचारांगे, गुरु की सिफत सलाह करांगे, गुरु के शब्द नूं सुनांगे, कीर्तन करांगे, वो कोई आम बंदा तो कर नहीं सकता। कोई वह बंदा तो कर नहीं सकता कि जिहड़ा मन के पिछे दौड़ लगती है, वही बंदा सुनेगा जिहड़ा गुरु नूं हाजिर नाजिर मनदा है। इस करके गुरमुख जपिया लाए ध्याना। हुण गुरु नूं हाजिर नाजिर बंदा वही मनेगा जिहदी सूरत जिहदा ध्यान उहदे शब्द विच टिकिया होया है। ध्यान नूं बड़ी बार गुरबाणी दूसरे धर्मां दे विच जोगियां ने सिद्धां ने ध्यान शब्द नूं बड़ा वरतिया है, क्योंकि ध्यान बड़ा लाजमी हो जाता है। सारी साधना तो मन की है, मन सुचे शरीर सुचे, मन आलसी शरीर आलसी। जेकर ध्यान टिका के भाव के अपनी सूरत नूं अपने मन नूं एकाग्र करके उस गुरु की शरण नूं मानिया जावे तो उसका नतीजा की निकलेगा। पातशाह कहते हैं आप तरह पहला की होएगा, वो इंसान इस संसार दे विचों इस भवजल दे विचों तर जाएगा। तरन का मतलब कि बंदा जिहड़े विकारां विच जिहड़े संसारी जंजाल दे विच फसिया होया है उहदे विचों निर्लेप हो जाएगा। संसारिक जिम्मेवारियां नूं तां निभाएगा, पर उहदी जिहड़ी मन दी
ਜਾਂ ਕਾਮਨਾ ਵਾਲੀ ਬਿਰਤੀ ਹੈ ਕਿ ਕਿਸੇ ਨੂੰ ਨੀਚਾ ਦਿਖਾਉਣ ਦੀ, ਈਰਖਾ ਦੀ, ਦਵੈਸ਼ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਉਹ ਤੋਂ ਨਿਰਲੇਪ ਹੋ ਜਾਏਗਾ, ਵਿਚਰੇਗਾ ਆਪ ਤਰੈ। ਹੁਣ ਇਸ ਦਾ ਫਲ ਅੱਗੇ ਕੀ ਹੈ? ਸਗਲੇ ਕੁਲ ਤਾਰੇ, ਕਿ ਆਪ ਤਾਂ ਤਰਦਾ ਹੀ ਤਰਦਾ ਹੈ। ਕੋਈ ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਜਿਹੜੇ ਪੁਰਸ਼ ਕਮਾਈ ਕਰਦੇ ਹਨ, ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਹਨ, ਉਹੀ ਇਸ ਗੱਲ ਨੂੰ ਸਹੀ ਤਰੀਕੇ ਨਾਲ ਸਮਝਾ ਸਕਦੇ ਹਨ ਕਿ ਸਾਰਾ ਕੁਲ ਕਿਵੇਂ ਤਰ ਜਾਂਦਾ ਹੈ ਉਹਨਾਂ ਦਾ। ਇੱਕ ਬੰਦਾ ਰੱਬ ਦੀ ਸਿਫਤ ਸਲਾਹ ਕਰ ਰਿਹਾ ਹੈ, ਉਸ ਸੱਚ ਤੱਕ ਪੁੱਜ ਗਿਆ, ਉਹਦਾ ਨਤੀਜਾ ਆਪ ਹੀ ਨਹੀਂ ਤਰਦਾ, ਸਾਰੀ ਕੁੱਲ ਨੂੰ ਉਸ ਦਾ ਫਾਇਦਾ ਹੁੰਦਾ ਹੈ। ਇਹ ਪਾਤਸ਼ਾਹ ਦੀ ਬਾਣੀ ਦਾ ਜਦੋਂ ਅਭਿਆਸ ਕਰਾਂਗੇ ਤਾਂ ਇਹ ਭੇਦ ਖੁੱਲ੍ਹ ਕੇ ਸਾਹਮਣੇ ਆਉਣਗੇ ਕਿ ਸਾਰੀ ਕੁੱਲ ਕਿੱਦਾਂ ਤਰ ਜਾਂਦੀ ਹੈ। ਹਰ ਦਰਗਾਹ ਪਾਤਸ਼ਾਹ ਜਾਏਂਦਾ, ਉਹਦੀ ਦਰਗਾਹ ਜਿੱਥੇ ਅਸੀਂ ਪਹੁੰਚਣਾ ਹੈ, ਉੱਥੇ ਬੜੀ ਇੱਜ਼ਤ ਦੇ ਨਾਲ, ਮਾਣ ਦੇ ਨਾਲ, ਖੁਸ਼ੀ ਦੇ ਨਾਲ ਉਹਦੀ ਪਹੁੰਚ ਹੁੰਦੀ ਹੈ। ਇੱਕ ਹੋਰ ਪ੍ਰਮਾਣ ਦੀ ਆਪਾਂ ਚਰਚਾ ਕਰਾਂਗੇ। ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੁਟੈ। ਕਰਮ ਜੋ ਕਰਮ ਕਾਂਡ ਕੀਤੇ ਜਾਂਦੇ ਸਨ, ਵਿਦਾਂਤ ਦੇ ਗ੍ਰੰਥ ਦੇ ਵਿੱਚ, ਯਜੁਰਵੇਦ ਵਿੱਚ ਦੱਸੇ ਗਏ ਹਨ, ਔਰ ਮੀਮਾਂਸਾ ਦਰਸ਼ਨ ਨੇ ਇਸ ਦੀ ਪ੍ਰੋੜਤਾ ਕੀਤੀ, ਤੁਸੀਂ ਇਹ ਕਰਮ ਕਰੋ, ਤੁਸੀਂ ਇਹ ਕਰਮ ਕਰੋ, ਤਾਂ ਜਾ ਕੇ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋਏਗੀ। ਉਹ ਕਰਮ ਕਾਂਡ ਜੱਗ ਦੇ ਨਾਲ, ਫਿਰ ਮਤਲਬ ਕਿ ਜੱਗ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਤੇ ਇਹਦੇ ਨਾਲ ਸੰਬੰਧਿਤ ਸਨ। ਅਸੀਂ ਵੀ ਕਰਮ ਕਰਦੇ ਹਾਂ, ਸਾਡੇ ਵੀ ਕਰਮ ਹਨ। ਕਰਮ ਜੋ ਦਿਖਾਵੇ ਵੱਲ ਲੈ ਜਾਂਦਾ ਹੈ, ਜੋ ਲੋਕਾਂ ਦੇ ਦਿਖਾਵੇ ਦਾ, ਲੋਕ ਪ੍ਰਚਾਵੇ ਦਾ ਸਾਧਨ ਬਣਦਾ ਹੈ, ਉਹ ਕਰਮ। ਧਰਮ, ਧਰਮ ਦੇ ਦੋ ਅਰਥ ਹਨ। ਇੱਕ ਧਰਮ ਉਹ ਹੈ ਜਿਸ ਦਾ ਭਾਵ ਹੈ ਨਿਯਮ, ਨੇਮ, ਔਰ ਜੋ ਧਰਮ ਇੱਥੇ ਕਿਹਾ ਗਿਆ ਉਹਦਾ ਅਰਥ ਹੈ ਜੁੜਨਾ। ਜਿੰਨੀ ਵਾਰ ਵੀ ਬਾਣੀ ਦੇ ਵਿੱਚ, ਇੱਕ ਤਾਂ ਜੋ ਇੱਥੇ ਧਰਮ ਵਰਤਿਆ ਗਿਆ ਸ਼ਬਦ, ਉਹ ਧਰਮ ਹੈ ਜਿਹੜੇ ਤੁਹਾਡੇ ਦੁਆਲੇ ਬੰਦਸ਼ਾਂ ਲਗਾ ਦਿੱਤੀਆਂ ਗਈਆਂ, ਔਰ ਜਦੋਂ ਸਾਰਥਿਕ ਰੂਪ 'ਚ ਧਰਮ ਸ਼ਬਦ ਆਏਗਾ, ਉਹਦਾ ਭਾਵ ਹੋਏਗਾ ਜੁੜਨਾ, ਆਤਮਾ ਦਾ ਪਰਮ ਆਤਮਾ ਨਾਲ ਜੁੜਨਾ। ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੁਟੈ। ਕਿ ਜਿਹੜੇ ਵੀ ਕਰਮ ਦਿਸਦੇ ਹਨ, ਧਰਮ ਦਿਸਦੇ ਹਨ, ਜੋ ਬਾਹਰੀ ਵਿਖਾਵਿਆਂ ਨਾਲ ਸੰਬੰਧਿਤ ਹਨ, ਇਹ ਲੁੱਟੇ ਜਾਂਦੇ ਹਨ, ਪਹਿਲਾਂ ਹੀ ਲੁੱਟੇ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਕਿ ਹੇ ਭਾਈ, ਉਸ ਕਰਤੇ ਦੀ ਸਿਫਤ ਸਲਾਹ ਜਿਹੜੀ ਹੈ, ਬਿਨਾਂ ਕਿਸੇ ਇੱਛਾ ਦੇ, ਬਿਨਾਂ ਕਿਸੇ ਤਾਂਘ ਦੇ, ਕੀ ਹੋਏਗਾ? ਨਿਮਕ ਸਿਮਰਤ ਜਿਤ ਛੁਟੈ। ਉਸ ਦੇ ਨਿਮਕ ਸਿਮਰਨ ਨਾਲ, ਨਿਮਕ ਮਾਤਰ ਸਿਮਰਨ ਦੇ ਨਾਲ ਹੀ ਤੇਰੀ ਇਸ ਦੁਨੀਆ ਤੋਂ ਬੰਦ ਖਲਾਸੀ ਹੋ ਜਾਏਗੀ। ਤੀਸਰਾ ਪ੍ਰਮਾਣ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਿ ਹੇ ਭਾਈ, ਜਿਹੜਾ ਜੀਵ ਇਸ ਧਰਤੀ ਦੇ ਹਰੀ ਦੀ ਕਿਰਤ ਕਰਦਾ ਹੈ, ਹਰੀ ਦੀ ਸਿਫਤ ਸਲਾਹ ਕਰਦਾ ਹੈ, ਉਹ ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਲ ਹੈ। ਪਰ ਹਰੀ ਦੀ ਕਿਰਤ ਜਿਹੜੀ ਹੈ, ਹਰੀ ਦੀ ਸਿਫਤ ਸਲਾਹ ਹੈ, ਇਹ ਸਿਰਫ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਇੱਥੇ ਲਿਖੀ ਗਈ ਹੈ, ਮੱਥੇ ਤੇ ਲਿਖੀ ਗਈ ਹੈ। ਤੇਰੋ ਸੇਵਕ ਇਹੋ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਕਿ ਜਦੋਂ ਪ੍ਰਭੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਤਾਂ ਜਿਹੜਾ ਜੀਵ ਦਾ ਮਨ ਭਜਨ ਵਿੱਚ ਲੀਨ ਹੁੰਦਾ ਹੈ, ਉਸ ਦੇ ਕੀਰਤਨ ਵਿੱਚ ਰਮ ਜਾਂਦਾ ਹੈ। ਇਹ ਸੀ ਮਹਾਰਾਜ ਜੀ ਦੀ ਬਾਣੀ ਦੇ ਆਧਾਰ 'ਤੇ ਕੀਰਤਨ ਦੀ ਮਹੱਤਤਾ। ਭਾਈ ਨੰਦ ਲਾਲ ਜੀ ਦਾ ਇੱਕ ਬਚਨ ਸਾਂਝਾ ਕਰਨ ਜਾ ਰਹੇ ਹਾਂ। ਗੈਰ ਹਮਦੇ ਹੱਕ ਨਿਆਇਤ ਬਰ ਜਵਾਨਮ ਹਿਚਕਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੇ ਬਚਨਾਂ ਦੇ ਵਿੱਚ ਗੱਲ ਕਰਦੇ ਹਨ ਕਿ ਮੇਰੀ ਜੀਭ 'ਤੇ ਮੈਂ ਇਹ ਅਰਦਾਸ ਕਰਦਾ ਹਾਂ, ਇਹ ਬੇਨਤੀ ਕਰਦਾ ਹਾਂ ਰੱਬ ਦੇ ਅੱਗੇ, ਆਪਣੇ ਗੁਰੂ ਦੇ ਅੱਗੇ, ਕਿ ਮੇਰੀ ਜੀਭ ਦੇ ਉੱਪਰ ਸਿਰਫ ਤੇ ਸਿਰਫ ਰੱਬੀ ਸਿਫਤ ਸਲਾਹ ਹੋਵੇ, ਰੱਬੀ ਸਿਫਤ ਸਲਾਹ ਹੀ ਹੋਣੀ ਚਾਹੀਦੀ ਹੈ। ਤੇ ਅੱਗੇ ਕਿ ਹਾਸਲੇ ਇਹ ਉਮਰ ਰਾ ਆਖਰੇ ਦਿਲੇ ਚੋਇਆ ਗ੍ਰਿਫਤ। ਕਿ ਇਹ ਜਿਹੜੀ ਇੱਛਾ ਜਦੋਂ ਮੇਰੀ ਪੂਰੀ ਹੋ ਗਈ ਤਾਂ ਮੈਨੂੰ ਇਸ ਦੁਨੀਆ ਵਿੱਚ ਹਾਸਲ ਕੀ ਹੋਇਆ? ਇਸ ਉਮਰ ਦਾ ਨਫਾ ਜੋ ਮੈਂ ਇੱਥੋਂ ਲੈ ਕੇ ਜਾਣਾ ਹੈ, ਉਸ ਦੀ ਮੈਨੂੰ ਪ੍ਰਾਪਤੀ ਹੋ ਗਈ।
ਉਹ ਨਫਾ ਲੈ ਕੇ ਮੈਂ ਆਪਣੇ ਦਿਲ ਵਿੱਚ ਉਸ ਨੂੰ ਸਾਂਭ ਕੇ ਰੱਖ ਲਿਆ ਹੈ ਤੇ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਮੈਨੂੰ ਜਿਹੜੀ ਚੀਜ਼ ਚਾਹੀਦੀ ਸੀ ਉਹ ਪ੍ਰਾਪਤ ਹੋ ਗਈ। ਹੁਣ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੁਝ ਪ੍ਰਮਾਣਾਂ ਨੂੰ ਲੈ ਕੇ ਗੱਲ ਤੋਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਹੈ, ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮਿਰਾਸੀ। ਇਸ ਪੰਕਤੀ ਨੂੰ ਸਿੱਖਾਂ ਦੀ ਭਗਤ ਮਾਲਾ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਖੋਲ੍ਹਦੇ ਹਨ, ਜੋ ਜਿਨ੍ਹਾਂ ਨੇ ਗ੍ਰੰਥੀ ਸਾਹਿਬ ਦੀ ਸੇਵਾ ਕੀਤੀ ਹਰਿਮੰਦਰ ਸਾਹਿਬ ਔਰ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦੇ ਪਰਿਵਾਰ ਸ਼ਹੀਦਾਂ। ਉਹ ਲਿਖਦੇ ਹਨ, ਮੈਂ ਉਹਨਾਂ ਦੇ ਵਚਨ ਹੂਬਹੂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ। ਲੈਪਟਾਪ ਲਿਆਉਣ ਦਾ ਇਹੀ ਮਕਸਦ ਸੀ ਕਿ ਜੋ ਪੁਰਾਣੀਆਂ ਰਚਨਾਵਾਂ ਹਨ ਉਹਨਾਂ ਦੇ ਹੂਬਹੂ ਸ਼ਬਦਾਂ ਨਾਲ ਸਾਡੀ ਕੁਝ ਕੁ ਜਾਣ ਪਛਾਣ ਹੋ ਸਕੇ। ਉਹ ਕੀ ਲਿਖਦੇ ਹਨ, ਜੇ ਤੂੰ ਮਰਦਾਨਾ ਹੋਵੈ ਤਾਂ ਸੰਤਾਂ ਦਾ ਸੰਗ ਕਰੈ ਤੇ ਸ਼ਬਦ ਪਾਏਗਾ ਰਾਗ ਨੂੰ ਗਾਵੈ। ਸਾਡਾ ਕੇਂਦਰੀ ਪੂਰਾ ਕੀਰਤਨ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਸ਼ਬਦ ਪਾਏਗਾ ਰਾਗ ਨੂੰ ਗਾਵੈ ਤਾਂ ਤੇਰਾ ਅਸੀਂ ਦੋਹਾਂ ਲੋਕਾਂ ਦਾ ਕਾਰਜ ਕਰਾਂਗੇ। ਤਾਂ ਉਸ ਆਖਿਆ ਜੀ ਜਿਵੇਂ ਸਾਡੀ ਰਜਾਈ ਹੋਵੈ ਬਚਨ ਹੋਆ, ਤੇਰਾ ਨਾਮ ਅਸਾਂ ਮਰਦਾਨਾ ਰੱਖਿਆ ਹੈ। ਵਾਹਿਗੁਰੂ ਦਾ ਭਜਨ ਕਰ, ਤੇਰੇ ਕੁਟੰਬੀਆਂ ਦੀ ਵੀ ਤੇਰੀ ਵੀ ਅਸੀਂ ਖਬਰ ਲਵਾਂਗੇ। ਤਾਂ ਮਰਦਾਨਾ ਬਾਬੇ ਦੇ ਨਾਲ ਹੋਇਆ। 3-4 ਗੱਲਾਂ ਖੁੱਲ੍ਹ ਕੇ ਸਾਹਮਣੇ ਆਉਂਦੀਆਂ ਹਨ ਕਿ ਭਾਈ ਸਾਹਿਬ ਮਰਦਾਨਾ ਜੀ ਰਾਗ ਦੇ ਮਾਹਰ ਸਨ। ਰਾਗ ਦਾ ਉਹ ਇਸਤੇਮਾਲ ਕਿਸ ਤਰ੍ਹਾਂ ਕਰਦੇ ਸਨ, ਜਿਵੇਂ ਆਮ ਲੋਕ ਕਰਦੇ ਸਨ। ਲੋਕਾਂ ਦੇ ਖੁਸ਼ੀ ਤੇ ਗਮੀ ਦੇ ਮੌਕਿਆਂ 'ਚ ਜਾਣਾ। ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਬਚਨ ਕੀਤਾ, ਜੇ ਤੂੰ ਰਾਗ ਨੂੰ ਸ਼ਬਦ ਪਾ ਕੇ ਗਾਏ ਨਾ ਤੇਰਾ ਭਲਾ ਹੋਏਗਾ, ਤੇਰਾ ਹੀ ਨਹੀਂ ਤੇਰੇ ਕੁਟੰਬ ਦਾ ਵੀ ਭਲਾ ਹੋਏਗਾ। ਮਹਾਰਾਜ ਦਾ ਬਚਨ ਭਾਈ ਸਾਹਿਬ ਭਾਈ ਮਣੀ ਜੀ ਦੇ ਲਿਖ ਹੋਏ ਕਿ ਸਿਰਫ ਤੇ ਸਿਰਫ ਸ਼ਬਦ ਨੂੰ ਰਾਗ ਵਿੱਚ ਪਾ ਕੇ ਗਾਉਣ ਦੇ ਨਾਲ ਤੇਰਾ ਤੇ ਤੇਰੇ ਪਰਿਵਾਰ ਦਾ, ਤੇਰੇ ਕੁਟੰਬ, ਪਰਿਵਾਰ ਨਹੀਂ ਕੁਟੰਬ ਦਾ, ਕੁਟੰਬ ਨੂੰ ਅਸੀਂ ਵੱਡੇ ਪੱਧਰ ਤੇ ਲੈ ਸਕਦੇ ਹਾਂ, ਪਰਿਵਾਰ ਦੇ ਘੇਰੇ 'ਚੋਂ ਕੱਢ ਕੇ ਕਿ ਉਹਦਾ ਵੀ ਭਲਾ ਹੋ ਜਾਏਗਾ। ਔਰ ਇਸ ਤੋਂ ਬਾਅਦ ਮੈਂ ਇੱਕ ਵਚਨ ਸਾਂਝਾ ਕਰਕੇ ਆਪਣੇ ਸਮੇਂ ਦੀ ਸੀਮਾ ਨੂੰ ਨਾ ਲੰਘਦਿਆਂ ਹੋਇਆ ਇਸ ਦੀ ਸਮਾਪਤੀ ਕਰਨ ਵਾਲੇ ਪਾਸੇ ਆਉਂਦਾ ਹਾਂ। ਫਿਰ ਭਾਈ ਗੁਰਦਾਸ ਜੀ ਦੀ ਪੌੜੀ ਦਾ ਫਿਰ ਮੈਂ ਜ਼ਿਕਰ ਕਰਦਾ ਹਾਂ। ਉਹਨਾਂ ਨੇ 3 ਸਿੱਖਾਂ ਦਾ ਜ਼ਿਕਰ ਕੀਤਾ ਹੈ, ਝਾਂਜੂ ਅਤੇ ਮੁਕੰਦ ਹੈ, ਕੀਰਤਨ ਕਰੈ ਹਜੂਰ ਕਿਦਾਰਾ, ਸਾਧ ਸੰਗ ਪ੍ਰਗਟ ਪਹਾੜ। 3 ਸਿੱਖਾਂ ਦਾ ਜ਼ਿਕਰ ਹੈ, ਝਾਂਜੂ, ਮੁਕੰਦ ਤੇ ਭਾਈ ਸਾਹਿਬ ਭਾਈ ਕਿਦਾਰਾ ਜੀ। ਇਹ ਤਿੰਨੋਂ ਮੈਂ ਉਹੀ ਸ਼ਬਦ ਸਿੱਖਾਂ ਦੀ ਭਗਤ ਮਾਲਾ ਜਿਹੜੇ ਸ਼ਬਦ ਆ ਉਹਨਾਂ ਨੂੰ ਛੱਡ ਕੇ ਆਪਣੇ ਸ਼ਬਦਾਂ ਵਿੱਚ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਉਹ ਤਿੰਨੋਂ ਸਿੱਖ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹਨ ਤੇ ਮਹਾਰਾਜ ਨੂੰ ਕਹਿੰਦੇ ਨੇ ਕਿ ਸਾਡਾ ਭਲਾ ਕਿਵੇਂ ਹੋਏਗਾ। ਪਾਤਸ਼ਾਹ ਜੀ ਨੂੰ ਪਤਾ ਹੈ ਕਿ ਇਹ ਰਾਗ ਦੇ ਮਾਹਰ ਹਨ। ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ, ਜੇਕਰ ਤੁਸੀਂ ਕੀਰਤਨ ਕਰੋ, ਰਾਗ ਵਿੱਚ ਸ਼ਬਦ ਪਾ ਕੇ ਗਾਇਨ ਕਰੋ, ਗੁਰੂ ਅਰਜਨ ਸਾਹਿਬ ਜੀ ਵਚਨ ਕਰਦੇ ਹਨ, ਤਾਂ ਤੁਹਾਡਾ ਭਲਾ ਹੋਏਗਾ। ਤਾਂ ਉਹਨਾਂ ਨੇ ਦੂਸਰਾ ਸਵਾਲ ਕੀਤਾ, ਪਾਤਸ਼ਾਹ ਸਾਡਾ ਇੱਕ ਸ਼ੰਕਾ ਨਿਵਰਤ ਕਰੋ, ਸਾਨੂੰ ਇੱਕ ਸੋਝੀ ਦਿਓ ਕਿ 3 ਚੀਜ਼ਾਂ ਹਨ, ਪਾਠ ਹੈ, ਸ਼ਬਦ ਕੀਰਤਨ ਹੈ ਤੇ ਕਥਾ ਵਿਚਾਰ ਹੈ, ਇਹ ਤਿੰਨਾਂ ਦੇ ਮਹੱਤਵ ਨੂੰ ਤੁਸੀਂ ਆਪਣੇ ਸ਼ਬਦਾਂ 'ਚ ਸਮਝਾਓ। ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਸ਼ਬਦਾਂ ਕਹਿੰਦੇ ਕਿ ਪਾਠ ਜਿਹੜਾ ਹੈ ਇਹ ਅਜਿਹਾ ਹੈ ਜਿਵੇਂ ਮੰਨ ਲਓ ਕਿ ਕਿਸੇ ਦੇ ਖੇਤ ਦੇ ਵਿੱਚ ਖੂਹ ਹੋਵੇ ਕਿ ਉਹ ਖੂਹ ਦੇ ਪਾਣੀ ਨੂੰ ਆਪਣੇ ਖੇਤ ਨਾਲ ਸਿੰਜਦਾ ਹੈ ਤੇ ਫਸਲ ਵੱਢ ਕੇ ਘਰ ਲੈ ਜਾਂਦਾ ਹੈ, ਜਾਂ ਕੋਈ ਨਾਲ ਖੇਤ ਹੋਵੇਗਾ ਉਹ ਖੂਹ ਦਾ ਪਾਣੀ ਉੱਥੇ ਵੀ ਪਹੁੰਚ ਜਾਵੇਗਾ, ਪਰ ਜਿਹੜੇ ਦੂਰ ਖੇਤ ਹਨ ਉਹਨਾਂ ਤੱਕ ਉਹਦਾ ਪਾਣੀ ਨਹੀਂ ਪਹੁੰਚੇਗਾ। ਕਹਿੰਦੇ ਇਹ ਹੈ ਪਾਠ ਕਿ ਪਹੁੰਚ ਘੱਟ ਬੰਦਿਆਂ ਤੱਕ ਹੁੰਦੀ ਹੈ, ਪਰ ਹੁੰਦੀ ਹੈ ਤਾਂ ਫਲ ਮਿਲਦਾ ਹੈ। ਦੂਸਰਾ ਹੈ ਕੀਰਤਨ। ਕਹਿੰਦੇ ਕੀਰਤਨ ਕਿਸ ਤਰ੍ਹਾਂ ਦਾ ਹੈ, ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਆਪਣੇ ਸ਼ਬਦਾਂ 'ਚ ਲਿਖਦੇ ਹਨ ਕਿ ਕੀਰਤਨ ਜਿਹੜਾ ਹੈ ਮੇਘ ਧਾਰ ਮੀਂਹ ਦੀ ਤਰ੍ਹਾਂ ਹੈ। ਕਿ ਮੰਨ ਲਓ ਕਿ ਜਿਸ ਤਰ੍ਹਾਂ ਬਹੁਤ ਜ਼ੋਰਦਾਰ ਮੀਂਹ ਪੈਂਦਾ ਹੈ ਤਾਂ ਉਹ ਮੀਂਹ ਦਾ ਜਿਹੜਾ ਦਾਇਰਾ ਹੁੰਦਾ ਹੈ ਬਹੁਤ ਵਿਸ਼ਾਲ ਹੁੰਦਾ ਹੈ। ਕਈ ਵਾਰ ਤਾਂ ਤੁਸੀਂ ਸੁਣਿਆ ਹੋਵੇਗਾ ਪੂਰੇ ਪੰਜਾਬ 'ਚ ਮੀਂਹ ਪੈਂਦਾ। ਕਹਿੰਦੇ ਕੀਰਤਨ ਇਸ ਤਰ੍ਹਾਂ ਹੈ ਕਿ ਜਿਹਦਾ ਦਾਇਰਾ ਬਹੁਤ ਦੂਰ ਤੱਕ ਹੈ ਤੇ ਇਹਦੀ ਆਵਾਜ਼ ਜਿੱਥੇ ਜਿੱਥੇ ਤੱਕ ਜਾਂਦੀ ਹੈ, ਜਿੱਥੇ ਜਿੱਥੇ ਤੱਕ ਪਹੁੰਚ ਹੁੰਦੀ ਹੈ, ਉਹ ਬੰਦਿਆਂ ਦਾ ਪਾਰ ਨਿਸਤਾਰਾ ਹੋ ਜਾਂਦਾ ਹੈ। ਕਿ ਕੀਰਤਨ ਦੀ ਪਹੁੰਚ ਦੂਰ ਤੱਕ ਹੁੰਦੀ ਹੈ ਕਿਉਂਕਿ ਇਹ ਧੁਨੀ ਦੇ ਨਾਲ ਜੁੜਿਆ ਹੋਇਆ ਤੇ ਧੁਨੀ ਬੰਦੇ ਦੇ ਨਾਲ ਕੁਦਰਤੀ ਸੰਬੰਧ ਰੱਖਦੀ ਹੈ, ਧੁਨੀ ਖਿੱਚਦੀ ਹੈ ਬੰਦੇ। ਤੇ ਤੀਸਰਾ ਕਹਿੰਦੇ ਕਥਾ। ਕਹਿੰਦੇ ਕਥਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹਲਕੀ ਹਲਕੀ ਵਰਖਾ ਹੁੰਦੀ, ਜਿਵੇਂ ਸਾਵਣ ਦੀ ਝੜੀ ਲੱਗ ਜਾਂਦੀ ਹੁੰਦੀ ਸੀ ਪਹਿਲੇ ਸਮੇਂ, ਹੁਣ ਤਾਂ ਕਦੀ ਕਦਾਈ ਦੇਖਣ ਬਹੁਤ ਘੱਟ ਹੀ ਮਿਲਦੀ ਹੈ। 2-3 ਸਾਲ ਹੋ ਗਏ ਸਾਵਣ ਦੀ ਝੜੀ ਲੱਗਦੀ ਹੈ
मींह की कणी बिल्कुल हल्की हल्की पैंदी है, तुसी कणी च जा मींह च जाओगे भिजदे भी नहीं पर गिले भी हो जाओगे। इस तरह का मींह होता है कि वो इस तरह मींह धरती ते पैंदा ते नाल नाल ही धरती दे विच सिमदा जांदा। कि कथा इस तरह है कि गल नूं पूरी तरह गुरु के शब्द नूं खोल के बयान करती है, तो जिहड़ा बंदा सुनदा है उहदे विच पईयां होईयां विचारां उहदे हिरदे विच सिद्धा समाईयां जाण, उहनूं समझ आ जाती है कि गुरु के शब्द दे विच गल किहड़ी कीती जा रही है। इस तरह उन्होंने चौथी गल भी छोड़ी है कि कीर्तन ते कथा दोनों की सांझ, कि कीर्तन करदियां होया कथा करदियां होया। ये भगत रत्नावली विच कीर्तन का महत्व पेश किया गया है। और एक लास्ट बचन साझा करके जो कि भाई साहब भाई गुरदास जी की वार है, पौड़ी है वार की, उन्होंने साझा करके मैं अपनी समाप्ति करना। भाई साहब भाई गुरदास जी ने लीहां अंदर चली है ज्यों गाड़ी राहो, हुक्म रजाई चली है साध संग निभाहो, ज्यों तन सोगा रखदा कर अंदर शाहो, ज्यों मेरे याद न छड्डी सायर असगाहो, लत्तां हेठ लताड़ी है अजरावर काहो, धर्मसाल है मानसर हंस गुर सिख वाहो, रतन पदार्थ गुर शब्द कर कीर्तन खाओ। अखीरलियां दो पंक्तियां मैं विचारांगा, उपरलियां शब्दां। भाई साहब भाई के धर्मसाल है मानसर, धर्मसाल का की अर्थ है? मैं धर्म के दो अर्थ किए सन। एक तो धर्म वो है जो नियमां की बंदिशां की गल करता है, दूसरा धर्म का अर्थ जो आम गुरबाणी विच वरत्या गया उहदा भाव है जुड़ना। धर्मसाल वो स्थान है इतिहासिक रूप विच जिथे गुरु साहब जी ने पैर धरे, वो धर्मशाला के रूप स्थापित हुई। भावें वो कोई भी सी, कोडा राक्ष सी, भावें सज्जन ठग सी, ये सारिਆਂ ਦੇ जीवन च तब्दीली लिआउंदी ते इन्हां नूं धर्मसाल की अगवाई मोहरी के रूप में स्थापित किया। दुनिया दी अखां विच जिहड़े बंदे नीच सन, जिन्हां नूं दुनिया सब तो घटिया गिनदी सी, गुरु साहब ने उन्हां दे कोल के उन्हां दे अंदर पई होए तत्त नूं पछाण करन दी हिम्मत बख्शी ते उन्हां दे घरां विच उन्हां दे थावां ते धर्मशाला नूं स्थापित कर। धर्म का अर्थ है जुड़ना, जिथे जुड़िया जाता है। भाई साहब जी धर्मसाल है मानसर, कि ये मान सरोवर है धर्मसाल, कि जिहदे विच हीरे हन मोती हन हंस गुरसिख वाहो। तो इस मानसर दे विच आने वाले कौन हन? वो हन गुरु के सिख, जिहड़े गुरु की गल नूं मनदे हन, गुरु को सत्या लैके उस सत्या के अनुसार चलते हैं, वो हंस गुरसिख हन। सिर्फ तो सिर्फ हंस की काबलियत है कि वो मानसर दे विच पए हुए मोतियां नूं हीरियां नूं आहार बना सके और आम पंछी दे विच सब तो श्रेष्ठ जाति दे विच रखा गया है। ते सिखां नूं मानसर दे हंस कहा गया है कि ये बंदे आम नहीं हैं जिहड़े गुरु की संगत विच आउंदे हैं। ते रतन की है? रतन पदार्थ गुर शब्द, कि सिखां दे लई रतन की है, पदार्थ की है? वो गुरु का शब्द है। गुरु का शब्द अजिहा रतन है जिसका आहार गुरु के सिख करते हैं। शब्द कर कीर्तन खाओ। लास्ट में मेरे विषय में जो शो दी है, जो मेरा विषय कीर्तन सी, कि इस गुरु शब्द का आहार सिख किस तरह करते हैं? वो कीर्तन के माध्यम राही करते हैं। कीर्तन तुसी रागांबद्धी कीर्तन मान लो या रब की सिफत सलाह, तुसी अचेत रूप सचेत रूप जिस तरह भी कर रहे हो वो कीर्तन है। गुरु की सिफत सलाह वो कीर्तन है, कि उस कीर्तन के द्वारा उस सिफत सलाह के द्वारा उन्होंने रतन पदार्थों का सिख जिहड़ा है आहार करता है। ते लास्ट में दो गल्लां, एक तो गुरु सिख के जीवन में कीर्तन का की महत्व है, ये तो मैं जिक्र करता। और लास्ट जो शो है कि जी अकैडमी खुल रही है, इसका सीधा संबंध साड़ियाँ आने वाली पीढ़ियां दे नाल है। एक पीढ़ी कीर्तन सीखेगी तो समझ लो कि आने वाले उहदे पिछे जिहड़े उहदे वंशज होणगे, जिहड़े उन्हां दे बच्चे होणगे, कुदरती उन्हां दे हिरदियां दे विच वो चीज़ प्रफुल्लित होगी। कारण क्योंकि वो परिवार में चला जाएगा। एक पीढ़ी के कीर्तन सीखण नाल ये भी संभावना बन सकती है कि जे गुरु की बख्शिश हो जाए उन्हां दे परिवार सदियां तक कीर्तन नाल जुड़े रहन। इस करके इस अवसर नूं, इस मौके नूं
ਖੰਜੋਣ ਦੀ ਜਗ੍ਹਾ ਹੋ ਸਕਦਾ ਹੈ ਕਿ ਤੁਹਾਡਾ ਕਿਸੇ ਨਾਲ ਮਤਭੇਦ ਵਿਚਾਰਾਤਮਕ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਹੋਵੇ, ਉਸ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ, ਜੇ ਤੁਹਾਡੀ ਸਮਰੱਥਾ ਹੈ ਤਾਂ ਤੁਸੀਂ ਵੀ ਇਸ ਅਕੈਡਮੀ ਦਾ ਲਾਹਾ ਲਓ। ਜੇ ਨਹੀਂ ਅਭਿਆਸ ਕਰ ਸਕਦੇ ਤਾਂ ਜਿਸ ਸਮੇਂ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਤਾਂ ਉਹਨਾਂ ਦੇ ਕੋਲ ਬੈਠ ਕੇ ਦੇਖੋ ਕਿ ਉਹ ਬੱਚੇ ਕੀਰਤਨ ਸਿੱਖਦੇ ਕਿਵੇਂ ਹਨ। ਉਹਦਾ ਦੋ ਫਾਇਦੇ ਹੋਣਗੇ, ਇੱਕ ਤੁਹਾਨੂੰ ਰਾਗ ਦੇ ਬਾਰੇ ਕੁਛ ਨਾ ਕੁਛ ਸਮਝ ਆਏਗੀ, ਦੂਸਰਾ ਗੁਰੂ ਦੇ ਸ਼ਬਦ ਜਦੋਂ ਗਾਇਨ ਕਰਨਗੇ ਤੁਹਾਡੇ ਕੰਨਾਂ ਵਿੱਚ ਪੈਣਗੇ ਤਾਂ ਤੁਹਾਡੇ ਗਿਆਨ ਵਿੱਚ, ਤੁਹਾਡੀ ਸਮਝ ਵਿੱਚ ਤੁਹਾਡਾ ਵਾਧਾ ਹੋਵੇਗਾ। ਇੰਨੀਆਂ ਕੁ ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋਣ ਦੀ ਸੰਭਾਵਨਾ ਰਹਿ ਜਾਂਦੀ ਹੈ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਦੇ ਅੰਦਰ ਇਹ ਸ਼ਕਤੀ ਹੈ ਕਿ ਉਹ ਇਹਨਾਂ ਭੁੱਲਾਂ ਗਲਤੀਆਂ ਨੂੰ ਆਪਣੇ ਧਿਆਨ ਵਿੱਚ ਨਹੀਂ ਲਿਆਉਂਦੀ, ਸਗੋਂ ਬਖਸ਼ਿਸ਼ ਕਰਦੀ ਹੈ ਕਿ ਜੋ ਗੁਰੂ ਦੀ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਆਉਣ ਵਾਲੇ ਸਮੇਂ 'ਚ ਇਸ ਨੂੰ ਹੋਰ ਤੀਬਰਤਾ ਦੇ ਨਾਲ, ਹੋਰ ਗੁਰੂ ਦੀ ਸੋਝੀ ਦੇ ਦੁਆਰਾ ਵਿਸਥਾਰ ਨਾਲ ਖੋਲ੍ਹਣ ਦੀ ਜਾਚ ਸਿੱਖ ਜਾਵੇ। ਬਖਸ਼ਿਸ਼ ਕਰਨਾ। ਆਓ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬੜੀ ਮਾਣ ਵਾਲੀ ਗੱਲ ਏ, ਬੜੀ ਖੁਸ਼ੀ ਵਾਲੀ ਗੱਲ ਕਿ ਜਿੰਨੀ ਕੁ ਸੰਗਤ ਹੈ ਨਾ, ਸਾਲ ਬੜੇ ਆਨੰਦਮਈ ਸਰਵਣ ਕਰ ਰਹੀ ਹੈ। ਗੁਰੂ ਕਿਰਪਾ ਕਰੇ ਔਰ ਸਤਿਗੁਰਾਂ ਦੀ ਬਖਸ਼ ਸਦਕਾ ਸਾਡਾ ਛੋਟਾ